श्री वाहिगुरु जी तुद आगे अरदास हमारी। जियो पिंड सब तेरा, कहो नानक सब तेरी वड्याई। कोई नाऊ न जाने मेरा, जेता जियो पिंड सब तेरा। तू अंतर जामी पुरख भगवान, दासन दास कह जन नानक। जेहा तू कराए तेहा हो करे बखियान। वेश मार अथा अगनत तुल, ज्यों बुलावो त्यों नानक दास बोले। मैं तां तेरा ही बुलाया होया बोलदा, तेरे नाले बोल बोलदा। तेरा ही बुलाया होया बोलदा, तेरे नाले बोल बोलदा।
स्वामी। कुदरत कवण हमारी, साध संग नानक जस गायो। जो प्रभु की अत प्यारी, कल जुग ततियां हवावां वाला। ठंडा तेरा नाम वाहिगुरु, ततियां हवावां वाला। ठंडा तेरा नाम वाहिगुरु, ततियां तेरा नाम वाहिगुरु। कल जुग ततियां तेरा नाम वाहिगुरु। जुग तपिया वामा बाला, गा तेरा नाम वाहिगुरु। ततियां हवावां वाला, ठंडा तेरा नाम वाहिगुरु। कल जुग ततियां हवावां वाला, तेरा नाम वाहिगुरु। जुग तपिया वामा बाला, ठंडा तेरा नाम वाहिगुरु। कल जुग तपिया वामा बाला, ठंडा तेरा नाम वाहिगुरु। ठंडा तेरा नाम वाहिगुरु। किया होगा माला, ठंडा तेरा नाम वाहिगुरु। ठंडा तेरा जी 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 नाम वाहिगुरु। ततियां हवावां वाला, ठंडा तेरा नाम वाहिगुरु। ततियां हवावां वाला, ठंडा तेरा नाम वाहिगुरु। तपिया वामा बाला, ठंडा तेरा नाम कल जुग तपिया वामा बाला, ठंडा तेरा नाम वाहिगुरु। तेरा नाम वाहिगुरु। कल जुग तपिया वामा बाला, ठंडा तेरा नाम वाहिगुरु। परम सत्कार। गुरु रूप गुरु खालसा साध संगत ਜਿਤਨੇ ਆਪ ਗੁਰੂ ਚਰਨਾਂ ਦੇ ਵਿੱਚ ਜੁੜ ਬੈਠੇ ਹੋ। ਵੱਡੇ ਭਾਗਾਂ ਵਾਲੇ ਗੁਰੂ ਪਾਤਸ਼ਾਹ ਜੀਆਂ ਨੇ ਰੋਜ਼ ਦੀ ਤੀਕ ਆਪਣੀ ਤੇ ਕਿਰਪਾ ਕੀਤੀ। ਸਤਸੰਗ ਦੀਆਂ ਘੜੀਆਂ ਬਖਸ਼ਿਸ਼ ਕੀਤੀਆਂ। ਕਈ ਰੋਜ਼ ਤੋਂ ਲੈ ਕੇ ਸਤਪੁਰਸ਼ਾਂ ਦੀ ਯਾਦ ਨੂੰ ਤਾਜ਼ਾ ਕਰਦੇ ਹਾਂ। ਤੁਰ ਕੀ ਬਾਣੀ ਆਈ ਤਿਨ ਸਗਲ ਚਿੰਤ ਮਿਟਾਈ ਦੇ। ਸ਼੍ਰੀ ਖੰਡ ਪਾਠ ਪ੍ਰਾਰੰਭ ਹਨ। ਸ਼ਾਮ ਦੇ ਰੋਜ਼ ਦੀਵਾਨ ਦੀ ਆਪਾਂ ਨੂੰ ਹਾਜ਼ਰੀ ਭਰਨ ਦਾ ਸਮਾਂ ਪ੍ਰਾਪਤ ਹੁੰਦਾ ਹੈ। ਆਪ ਕਾਫੀ ਸਮੇਂ ਤੋਂ ਲੈ ਕੇ ਗੁਰਸਿੱਖਾਂ ਦੇ ਰਸਨਾ ਤੋਂ ਇਲਾਹੀ ਰੱਬੀ ਬਾਣ ਦੇ ਰਸ ਕੀਰਤਨ ਕਰਕੇ ਆਪਣੇ ਸਮੇਂ ਤੇ ਸਵਾਸਾਂ ਨੂੰ ਸਫਲ ਬਣਾ ਰਹੇ ਸੀ, ਜੋ ਬਾਕੀ ਸਮਾਂ ਹੈ।
ਇਹ ਵੀ ਗੁਰੂ ਚਰਨਾਂ ਦੇ ਵਿੱਚ ਜੁੜ ਬੈਠ ਕੇ ਆਪਾਂ ਇਕੱਤਰ ਹੋ ਕੇ ਗੁਰੂ ਦੇ ਗੁਣ ਗਾਉਂਦੇ ਹਾਂ। ਆਪਣੇ ਸਮੇਂ ਤੇ ਸਵਾਸਾਂ ਨੂੰ ਸਫਲ ਬਣਾਈਏ। ਸਾਰੇ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਬਾਣੀ ਵਿੱਚ ਫਰਮਾਨ ਕਰਦੇ ਹੈ ਵੀ ਜੋ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ, ਆ ਸਮੇਂ ਦੇ ਵਿੱਚ ਆਪਾਂ ਨੂੰ ਸ਼ਾਂਤੀ ਦੇਣ ਵਾਲਾ ਹੈ। ਕਲ ਤਾਤੀ ਠੰਡ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਓ। ਪਾਤਸ਼ਾਹ ਜੀ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜੋ ਆ ਸਮੇਂ ਦੇ ਵਿੱਚ ਕਲਯੁਗ ਦੀ ਕਿਰਿਆ ਹੈ, ਬੜੀ ਤੱਤੀ ਮਨ ਨੂੰ ਦੁੱਖ ਦੇਣ ਵਾਲੀ, ਇਹਦੇ ਵਿੱਚ ਸ਼ਾਂਤੀ ਦੇਣ ਵਾਲਾ ਇੱਕੋ ਇੱਕ ਪਰਮੇਸ਼ਰ ਦਾ ਨਾਮ ਹੈ। ਚੰਦਨ ਨਾ ਚੰਦ ਸਰਦ ਰੁੱਤ ਮੂਲ ਨਾ ਮਿਟੀ ਕਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਭਾਵੇਂ ਕੋਈ ਲੱਖਾਂ ਯਤਨ ਕਰੇ, ਸਤਿਗੁਰੂ ਪਾਤਸ਼ਾਹ ਦੇ ਨਾਮ ਤੋਂ ਬਿਨਾਂ ਆਪਾਂ ਨੂੰ ਸ਼ਾਂਤੀ ਨਹੀਂ ਮਿਲਦੀ। ਚੰਦਨ ਹੈ ਵੀ ਠੰਡਾ ਹੈ, ਸਰਦ ਰੁੱਤ ਠੰਡੀ ਹੈ। ਜੋ ਚੰਦ ਨੂੰ ਠੰਡਾ ਗਿਣਿਆ ਗਿਆ, ਇਹਨਾਂ ਦੇ ਕੋਲ ਤਨ ਦੀ ਠੰਡ ਹੈਗੀ ਪਰ ਮਨ ਦੀ ਠੰਡ ਨਹੀਂ ਹੈ। ਮਨ ਦੀ ਠੰਡ ਪਰਮੇਸ਼ਰ ਦੇ ਨਾਮ ਦੇ ਵਿੱਚ ਹੈ। ਜੋ ਜਪਦੇ ਆ, ਸਿਮਰਦੇ ਆ, ਸੁਣਦੇ ਆ, ਆਪਾਂ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ। ਸਤਿਗੁਰੂ ਪਾਤਸ਼ਾਹ ਜੀ ਆ ਮਹੀਨੇ ਦੇ ਵਿੱਚ ਆਪਾਂ ਨੂੰ ਬਖਸ਼ਿਸ਼ ਕਰਦੇ ਆ। ਪਾਤਸ਼ਾਹ ਜੀ ਕਹਿੰਦੇ ਆਸਾੜ ਤਪੰਦਾ ਤਿਸ ਲੱਗੈ, ਹਰ ਨੌ ਨਾ ਜਿਨਾ ਪਾਸ। ਵੀ ਜਿਨ੍ਹਾਂ ਦੇ ਕੋਲ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਨਹੀਂ ਹਿਰਦੇ ਦੇ ਵਿੱਚ, ਆ ਜਿਹੜੀ ਬਾਹਰ ਵਾਲੀ ਤਪਸ਼ ਹੈ ਇਹ ਉਹਨਾਂ ਨੂੰ ਤਪਾਉਂਦੀ, ਉਹਨਾਂ ਨੂੰ ਦੁੱਖ ਦਿੰਦੀ ਹੈ। ਜਿਨ੍ਹਾਂ ਦੇ ਕੋਲ ਪਰਮੇਸ਼ਰ ਦਾ ਨਾਮ ਨਹੀਂ ਹੈ, ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਇ। ਸਤਿਗੁਰੂ ਮਹਾਰਾਜ ਕਹਿੰਦੇ ਫਿਰ ਉਹਨਾਂ ਦੇ ਮਨ ਇੰਨੇ ਕਲਪਦੇ ਨੇ, ਇੰਨੇ ਦੁਖੀ ਹੁੰਦੇ ਨੇ ਜਿਹਦਾ ਕੋਈ ਹੱਦ ਨਹੀਂ ਹੈ। ਜਿਵੇਂ ਪੱਠ ਵਿੱਚ ਦਾਣਾ ਪਿਆ ਭੁੱਜਦਾ ਹੁੰਦਾ ਨਾ, ਕਹਿੰਦੇ ਨਾ, ਜੇ ਕਹਿੰਦੇ ਮੇਰਾ ਮਨ ਤਾਂ ਐ ਭੁੱਜ ਰਿਹਾ। ਬਹੁਤ ਲੋਕ ਕਹਿੰਦੇ ਆ ਨਾ, ਜਿਵੇਂ ਪੱਠ ਵਿੱਚ ਦਾਣਾ ਪਿਆ ਭੁੱਜਦਾ ਹੁੰਦਾ, ਮੇਰੇ ਮਨ ਦੀ ਇਹ ਹਾਲਤ ਹੋਈ ਪਈ ਹੈ। ਪਰ ਗੁਰੂ ਮਹਾਰਾਜ ਕਹਿੰਦੇ ਜੇ ਪਰਮੇਸ਼ਰ ਦੀ ਬੰਦਗੀ ਕਰੀਏ, ਸਿਮਰਨ ਕਰੀਏ, ਫਿਰ ਗੁਰੂ ਮਹਾਰਾਜ ਕਹਿੰਦੇ ਜੀਵਨ ਇੰਨੀ ਠੰਡ ਮਿਲ ਜਾਂਦੀ ਹੈ, ਇੰਨਾ ਭਾਵ ਕਿ ਠੰਡ ਦੀ ਪ੍ਰਾਪਤੀ ਹੋ ਜਾਂਦੀ, ਮਨ ਇੰਨਾ ਸ਼ਾਂਤ ਹੋ ਜਾਂਦਾ ਹੈ, ਤੱਤੀਆਂ ਤਵੀਆਂ ਤੇ ਬਹਿ ਕੇ ਵੀ ਉਹ ਤੱਤਾ ਨਹੀਂ ਹੁੰਦਾ। ਭਗਤ ਪ੍ਰਹਿਲਾਦ ਵਰਗਿਆਂ ਦੇਖੋ ਤੁਸੀਂ, ਜਦੋਂ ਉਹਦੇ ਹਰਪੀਤਾ ਹਰਨਾਕਸ਼ ਨੇ, ਉਹ ਪਰਮੇਸ਼ਰ ਦੀ ਬੰਦਗੀ ਕਰਨ ਨੂੰ ਹਟਦਾ ਨਹੀਂ ਸੀ, ਹਟਾਉਂਦਾ ਸੀਗਾ, ਵਰਜਦਾ ਸੀਗਾ, ਪਰ ਅਨੇਕ ਯਤਨ ਕੀਤੇ ਉਹਨੇ, ਅੱਗ ਦੀ ਵੀ ਛਾੜਨਾ ਕੀਤਾ, ਉੱਥੇ ਵੀ ਛੜਿਆ ਨਹੀਂ। ਕਿਉਂ ਨਹੀਂ ਛੜਿਆ ਬਈ? ਕਿਉਂ ਨਹੀਂ ਉਹਨੂੰ ਅੱਗ ਨੇ ਤਪਾਇਆ? ਕਿ ਉਹਦੇ ਅੰਦਰ ਪਰਮੇਸ਼ਰ ਦਾ ਨਾਮ ਸੀਗਾ। ਠੰਡ ਇੰਨੀ ਆ ਦੇ ਵਿੱਚ, ਜਿਵੇਂ ਸੀਤਾ ਵਰਗੇ ਸਟੀਵਨ ਪੜ੍ਹ ਕੇ ਦੇਖ ਲਓ, ਮਾਤਾ ਸੀਤਾ ਜੀ ਹੋਏ, ਜਦੋਂ ਉਹਨਾਂ ਦੀ ਪ੍ਰੀਖਿਆ ਲੀਤੀ, ਚਿਖਾ ਤੇ ਬਿਠਾਉਣਾ ਕੀਤਾ, ਉੱਥੇ ਵੀ ਨਾਮ ਦਾ ਹੀ ਪ੍ਰਗਟਾਵਾ, ਵੀ ਹਿਰਦੇ ਵਿੱਚ ਨਾਮ ਸੀਗਾ, ਸੁੱਚਾ ਸੁਭਾਵੇ ਕਿ ਸੁੱਚਾ ਜੀਵਨ ਸੀਗਾ। ਇਸ ਕਰਕੇ ਗੁਰੂ ਮਹਾਰਾਜ ਪ੍ਰਮਾਣ ਕਰ ਰਹੇ ਹੈ। ਇਤਿਹਾਸ ਦੇ ਵਿੱਚੋਂ ਇਤਨੇ ਆਪਾਂ ਨੂੰ ਪ੍ਰਮਾਣ ਮਿਲਦੇ ਆ ਵੀ ਜਿਨ੍ਹਾਂ ਦੇ ਕੋਲ ਪਰਮੇਸ਼ਰ ਦਾ ਨਾਮ ਸੀ, ਉਹਨਾਂ ਨੂੰ ਅੱਗ ਸਾੜ ਨਹੀਂ ਸਕੀ, ਅੱਗ ਨੇ ਸਾੜਿਆ ਨਹੀਂ ਉਹਨਾਂ ਨੂੰ। ਗੁਰੂ ਪਾਤਸ਼ਾਹ ਜੀ ਪ੍ਰਮਾਣ ਕਰਦੇ, ਭਾਈ ਬਿਧੀ ਚੰਦ ਵਰਗੇ ਗੁਰੂ ਦੇ ਨਾਮ ਦੇ ਆਸਰੇ, ਗੁਰੂ ਦੀ ਕਿਰਪਾ ਦੇ ਨਾਲ ਪੱਠ ਵਿੱਚ ਵੜ ਕੇ ਬਹਿ ਗਏ। ਉੱਥੇ ਉਹਨਾਂ ਨੂੰ ਸੇਕ ਨਹੀਂ ਲੱਗਿਆ। ਇਹ ਜਿਹੜੀ ਬਾਹਰਲੀ ਤਪਸ਼ ਹੈ ਤੇ ਅੰਦਰਲੀ ਗੁਰੂ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਤਪਾਉਂਦੀ ਹੈ, ਜਿਨ੍ਹਾਂ ਦੇ ਕੋਲ ਪਰਮੇਸ਼ਰ ਦਾ ਨਾਮ ਨਹੀਂ ਹੈ। ਇਸੇ ਕਰਕੇ ਗੁਰੂ ਪਾਤਸ਼ਾਹ ਪ੍ਰਮਾਣ ਕਰਦੇ ਹੈ
ਤੇਰੇ ਨਾਮ ਦੇ ਸਹਾਰੇ ਪੱਠ ਵਿੱਚ ਬਹਿ ਕੇ ਵੜ ਕੇ ਨਾਮ ਦੇ ਸਹਾਰੇ ਮੇਰੇ ਮਾਲਕ ਪੱਠ ਵਿੱਚ ਬਹਿ ਕੇ ਵੜ ਕੇ ਤੇਰੇ ਨਾਮ ਦੇ ਸਹਾਰੇ ਮੇਰੇ ਮਾਲਕਾ ਅੱਠ ਵਿੱਚ ਬਹਿ ਗਏ ਵੜ ਕੇ ਤੇਰੇ ਨਾਮ ਦੇ ਸਹਾਰੇ ਮੇਰੇ ਮਾਲਕਾ ਅੱਠ ਵਿੱਚ ਬਹਿ ਗਏ ਵੜ ਕੇ ਤੇਰੇ ਨਾਮ ਦੇ ਸਹਾਰੇ ਮੇਰੇ ਮਾਲਕਾ ਪਾਟੇ ਵਿੱਚ ਬਹਿ ਕੇ ਵੜ ਕੇ ਤੇਰੇ ਨਾਮ ਦੇ ਸਹਾਰੇ ਮੇਰੇ ਮਾਲਕਾ ਪਾਟੇ ਵਿੱਚ ਬਹਿ ਕੇ ਨਾਮ ਦੇ ਸਹਾਰੇ ਮੇਰੇ ਮਾਲਕਾ ਅੱਠ ਵਿੱਚ ਬਹਿ ਕੇ ਵੜ ਕੇ ਤੇਰੇ ਨਾਮ ਦੇ ਸਹਾਰੇ ਸੱਚੇ ਪਾਤਸ਼ਾਹ ਅੱਠ ਵਿੱਚ ਬਹਿ ਕੇ ਵੜ ਕੇ ਤੇਰੇ ਨਾਮ ਦੇ ਸਹਾਰੇ ਸੱਚੇ ਪਾਤਸ਼ਾਹ ਅੱਠ ਵਿੱਚ ਬਹਿ ਕੇ ਵੜ ਕੇ ਤੇਰੇ ਨਾਮ ਦੇ ਸਹਾਰੇ ਸੱਚੇ ਪਾਤਸ਼ਾਹ ਅੱਠ ਵਿੱਚ ਬਹਿ ਕੇ ਵੜ ਕੇ ਤੇਰੇ ਨਾਮ ਦੇ ਸਹਾਰੇ ਮੇਰੇ ਪਾਤਸ਼ਾਹ ਪਾਟੇ ਵਿੱਚ ਬਹਿ ਕੇ ਵੜ ਕੇ ਤੇਰੇ ਨਾਮ ਦੇ ਸਹਾਰੇ ਮੇਰੇ ਮਾਲਕਾ ਪਾਟੇ ਵਿੱਚ ਬਹਿ ਕੇ ਪੱਠ ਵਿੱਚ ਜੀ ਬਹਿ ਕੇ ਵੜ ਕੇ ਪੱਠ ਵਿੱਚ ਜੀ ਬਹਿ ਕੇ ਵੜ ਕੇ ਅੱਠ ਵਿੱਚ ਜੀ ਬਹਿ ਕੇ ਵੜ ਕੇ ਆ ਪੱਠ ਵਿੱਚ ਜੀ ਬਹਿ ਕੇ ਵੜ ਕੇ ਪਾਠ ਵਿੱਚ ਜੀ ਬਹਿ ਕੇ ਵੜ ਕੇ ਪਾਠ ਵਿੱਚ ਜੀ ਬਹਿ ਕੇ ਵੜ ਨਾਮ ਦੇ ਸਹਾਰੇ ਸੱਚੇ ਪਾਤਸ਼ਾਹ ਪੱਠ ਵਿੱਚ ਬਹਿ ਕੇ ਵੜ ਕੇ ਤੇਰੇ ਨਾਮ ਦੇ ਸਹਾਰੇ ਸੱਚੇ ਪਾਤਸ਼ਾਹ ਪੱਠ ਵਿੱਚ ਬਹਿ ਕੇ ਵੜ ਕੇ ਨਾਮ ਦੇ ਸਹਾਰੇ ਸੱਚੇ ਪਾਤਸ਼ਾਹ ਪੱਠ ਵਿੱਚ ਬਹਿ ਕੇ ਤੇਰੇ ਨਾਮ ਦੇ ਸਹਾਰੇ ਸੱਚੇ ਪਾਤਸ਼ਾਹ ਅੱਠ ਵਿੱਚ ਬਹਿ ਗਏ ਵੜ ਕੇ ਤੇਰੇ ਨਾਮ ਦੇ ਸਹਾਰੇ ਸੱਚੇ ਪਾਤਸ਼ਾਹ ਪਾਠ ਵਿੱਚ ਬਹਿ ਗਏ ਵੜ ਕੇ ਤੇਰੇ ਨਾਮ ਦੇ ਸਹਾਰੇ ਸੱਚੇ ਪਾਤਸ਼ਾਹ ਅੱਠ ਵਿੱਚ ਬਹਿ ਗਏ ਵੜ ਕੇ ਗੁਰੂ ਪਾਤਸ਼ਾਹ ਜੀ ਪ੍ਰਮਾਣ ਕਰਦੇ ਗੁਰ ਕਾ ਬਚਨ ਵਸੇ ਜੀ ਨਾਲੇ ਜਲ ਨਹੀਂ ਡੋਬਾ ਤਸਕਰ ਨੀ ਲੇਵਾ ਪਾਹੇ ਨਾ ਸਕੈ ਜਾਲੇ ਇਹ ਪਰਮੇਸ਼ਰ ਦੇ ਨਾਮ ਦੀ ਐਡੀ ਸ਼ਕਤੀ ਹੈ। ਕਹਿੰਦੇ ਭਗਤ ਪ੍ਰਹਿਲਾਦ ਵਰਗਿਆਂ ਨੂੰ ਛੱਡਦੇ ਵਲਦੀ ਚਿਖਾ ਦੇ ਵਿੱਚੋਂ ਜਿਉਂਦਾ ਤਿਉਂ ਕਿਉਂ ਨਾਮ ਦੀ ਸ਼ਕਤੀ। ਜਿਹੜੇ ਭਾਈ ਵਿਧੀ ਚੰਦ ਜੀ ਸੀ ਉਹਨਾਂ ਕੋਲ ਸੋਨੇ ਦੇ ਕਹਿੰਦੇ ਗਹਿਣੇ ਸੀ, ਗਹਿਣੇ ਢਲ ਕੇ ਕਹਿੰਦੇ ਡਲੀ ਬਣ ਗਈ ਸੀ, ਪਰ ਉਹਨਾਂ ਦੇ ਸਰੀਰ ਨੂੰ ਰੰਚਕ ਮੰਤਰ ਸੇਕ ਲੈਣ ਲੱਗੇ ਆ। ਕੌਡੇ ਵਰਗਿਆਂ ਨੇ ਭਾਈ ਮਰਦਾਨੇ ਨੂੰ ਫੜਿਆ ਸੀ, ਦੇਖ ਲਓ। ਪਰਮੇਸ਼ਰ ਦੇ ਨਾਮ ਦੀ ਠੰਡ ਇੰਨੀ ਹੈ, ਉਹ ਜਿਹੜਾ ਤਪਦਾ ਛੜਦਾ ਬਲਦਾ ਕੜਾਹਾ ਸੀਗਾ ਉਹ ਵੀ ਠੰਡਾ ਹੋ ਗਿਆ ਸੀ, ਉਹ ਵੀ ਠੰਡਾ ਹੋ ਗਿਆ ਸੀ।
ਤਪਦੇ ਪੜਦੇ ਸਾੜ ਜਿਹੜੇ ਭਾਵ ਥੰਮ ਸੀਗੇ ਉਹ ਭਾਵ ਕੇ ਠੰਡੇ ਹੋ ਗਏ ਸੀਗੇ। ਸੀਤਲ ਥੀਵਾ ਨਾਨਕਾ ਜਪੰਦੜੋ ਹਰ ਨਾਮ। ਜੇ ਪਰਮੇਸ਼ਰ ਦੇ ਨਾਮ ਦੀ ਕਮਾਈ ਕਰਾਂਗੇ, ਸਿਮਰਨ ਕਰਾਂਗੇ, ਇਸ ਕਰਕੇ ਕਹਿੰਦੇ ਜਿਹੜਾ ਕੌਡਾ ਰਾਖਸ ਸੀਗਾ ਉਹ ਵੀ ਹੈਰਾਨ ਹੋ ਗਿਆ ਵੀ ਐਦਾ ਕਦੇ ਪਹਿਲਾਂ ਹੋਈ ਨਹੀਂ ਕੰਮ ਐਸਾ ਮੇਰਾ, ਤਾਂ ਕਦੇ ਵੀ ਆ ਮੇਰਾ ਕੜਾਹਾ ਠੰਡਾ ਕਿਵੇਂ ਹੋ ਗਿਆ। ਕਿਉਂਕਿ ਉੱਥੇ ਗੁਰੂ ਨਾਨਕ ਦੇ ਨਾਮ ਦੀ ਸ਼ਕਤੀ ਨੇ, ਗੁਰੂ ਦੀ ਜੋ ਦ੍ਰਿਸ਼ਟੀ ਪਈ ਨਾ, ਉਹ ਤਪਦਾ ਸੜਦਾ ਕੜਾਹਾ ਵੀ ਠੰਡਾ ਹੋ ਗਿਆ। ਇਹ ਗੁਰੂ ਦੀ ਕਿਰਪਾ ਹੈ। ਜੇ ਠੰਡ ਲੈਣੀ ਹੈ, ਜੇ ਸ਼ਾਂਤੀ ਲੈਣੀ ਹੈ, ਇਹ ਗੁਰੂ ਚਰਨਾਂ ਵਿੱਚ ਮਿਲੂ ਆਪਾਂ ਨੂੰ। ਇਸ ਕਰਕੇ ਗੁਰੂ ਪਾਤਸ਼ਾਹ ਪ੍ਰਮਾਣ ਕਰਦੇ ਨੇ, ਮੇਰਾ ਤਪਦਾ ਕੜਾਹਾ ਕੀਨੇ ਠਾਰਿਆ, ਰਾਖਸ਼ ਹੈਰਾਨ ਹੋ ਗਿਆ। 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 ਮੇਰਾ ਤਪਦਾ ਕੜਾਹਾ ਕੀਨੇ ਠਾਰਿਆ, ਰਾਖਸ਼ ਹੈਰਾਨ ਹੋ ਗਿਆ। 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 ਮੇਰਾ ਤਪਦਾ ਕੜਾਹਾ ਕੀਨੇ ਠਾਰਿਆ, ਰਾਖਸ਼ ਹੈਰਾਨ ਹੋ ਗਿਆ। ਰਾਖਸ਼ ਜੀ 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 ਹੈਰਾਨ ਹੋ ਗਿਆ। ਆਪਦਾ ਕੜਾਹਾ ਕੀਨੇ ਠਾਰਿਆ, ਰਾਖਸ਼ ਹੈਰਾਨ ਹੋ ਗਿਆ। ਆਪਦਾ ਕੜਾਹਾ ਕੀਨੇ ਠਾਰਿਆ, ਰਾਖਸ਼ ਹੈਰਾਨ ਹੋ ਗਿਆ। ਤਪਦਾ ਕੜਾਹਾ ਕੀਨੇ ਠਾਰਿਆ, ਰਾਖਸ਼ ਹੈਰਾਨ ਹੋ ਗਿਆ। ਤਪਦਾ ਕੜਾਹਾ ਕੀਨੇ ਠਾਰਿਆ, ਰਾਖਸ਼ ਹੈਰਾਨ ਹੋ ਗਿਆ। ਤਪਦਾ ਕੜਾਹਾ ਕੀਨੇ ਠਾਰਿਆ, ਰਾਖਸ਼ ਹੈਰਾਨ ਹੋ ਗਿਆ। ਮੇਰਾ ਤਪਦਾ ਕੜਾਹਾ ਕੀਨੇ ਠਾਰਿਆ, ਰਾਖਸ਼ ਹੈਰਾਨ ਹੋ ਗਿਆ। ਗੁਰੂ ਪਾਤਸ਼ਾਹ ਜੀ ਪ੍ਰਮਾਣ ਕਰਦੇ, ਤਪੜ ਕਠਾਪ ਬੁਝ ਗਿਆ, ਗੁਰ ਸੀਤਲ ਨਾਮ। ਕਹਿੰਦੇ ਛੱਡਦਾ ਬਲਦਾ ਕੜਾਹਾ ਠੰਡਾ ਹੋ ਗਿਆ ਸੀ।
ਸਤਿਗੁਰੂ ਪਾਤਸ਼ਾਹ ਪ੍ਰਮਾਣ ਕਰਦੇ ਕਹਿੰਦੇ ਭਾਈ ਨਾਮ ਦੀ ਸ਼ਕਤੀ ਐਡੀ ਵੱਡੀ ਹੈ, ਕਿਉਂਕਿ ਪਰਮੇਸ਼ਰ ਵਾਹਿਗੁਰੂ ਦਾ ਨਾਮ ਤੋਂ ਇਦੋਂ ਵੱਡੀ ਕੋਈ ਸ਼ਕਤੀ ਨਹੀਂ ਹੈ। ਅਸਾੜ ਤਪੰਦਾ ਤਿਸ ਲਗਾ ਰਣਾਉਣਾ ਜਿਨ੍ਹਾਂ ਪਾਸ, ਜਗ ਜੀਵਨ ਪੁਰਖ ਤਿਆਗ ਕੇ ਮਾਨ ਸੰਧੀ ਆਸ। ਪਰ ਆਪਾਂ ਲੋਕ ਪਰਮੇਸ਼ਰ ਨੂੰ ਛੱਡ ਦਿੱਤਾ। ਆਪਾਂ ਨੂੰ ਉਹਦੇ ਨਾਮ ਦੀ ਜਿਹੜੀ ਵਰਤੋਂ ਅਸੀਂ ਨਹੀਂ ਕਰਦੇ, ਉਹਦਾ ਨਾਮ ਤੇ ਆਪਾਂ ਨੂੰ ਭਰੋਸਾ ਨਹੀਂ, ਯਕੀਨ ਨਹੀਂ ਹੈ। ਆਪਾਂ ਉਹਨਾਂ ਪਰਾਂ ਦੇ ਮਾਨੋ ਕਿ ਬੰਦਾ ਬੰਦੇ ਦੇ ਅਧੀਨ ਹੋ ਤੁਰਿਆ ਫਿਰਦਾ ਹੈ। ਭਾਈ ਸਾਹਿਬ ਜੀ ਪ੍ਰਮਾਣ ਕਰਦੇ ਬਾਣੀ ਵਿੱਚ, ਕਹਿੰਦੇ ਸੱਚਾ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ, ਹੁਕਮੀ ਬੰਦਾ ਹੋਏ ਕੇ ਨਿਤ ਉੱਠ ਜਾਏ ਸਲਾਮ ਕਰੰਦਾ। ਸੱਚਾ ਸਾਹਿਬ ਛੱਡ ਕੇ ਸਤਿਗੁਰ ਦੁਆਰਾ ਛੱਡ ਦਿੱਤਾ, ਉਹ ਬੰਦਿਆਂ ਦੀ ਸ਼ਾਨੀ ਭਰਦਾ ਫਿਰਦਾ ਹੈ। ਅੱਠ ਪੈਰ ਹੱਥ ਜੋੜ ਕੇ ਹਜ਼ੂਰੀ ਰਹੇ ਖੜਾ ਰਹਿੰਦਾ, ਕਹਿੰਦੇ ਅੱਠੇ ਪਹਿਰੀ ਉਹਦੀ ਹਜ਼ੂਰੀ ਦੇ ਵਿੱਚ ਖੜਾ ਹੈ। ਪਤਾ ਨਹੀਂ ਮੈਨੂੰ ਇੱਥੋਂ ਕੀ ਮਿਲੂਗਾ। ਇੰਨੀ ਕਹਿੰਦੇ ਕਰਨੀ ਮਿਹਨਤ ਕਰਦਿਆਂ ਹੋਇਆਂ, ਨੀਂਦ ਨਾ ਭੁੱਖ ਨਾ ਸੁੱਖ ਤਿਸ, ਸੂਲੀ ਚੜਿਆ ਰਹਿ ਡਰੰਦਾ। ਭਾਈ ਸਾਹਿਬ ਜੀ ਕਹਿੰਦੇ ਨਾ ਉਹਨੂੰ ਸੌਣ ਦਾ ਸੁੱਖ ਹੈ, ਨਾ ਕੋਈ ਖਾਣ ਪੀਣ ਦਾ। ਕਹਿੰਦੇ ਸੂਲੀ ਉੱਤੇ ਟੰਗਿਆ ਹੋਇਆ ਵੀ ਨਾ ਮਾਲਕ ਦਾ, ਫਿਰ ਵੀ ਡਰਦਾ ਰਹਿੰਦਾ ਉੱਥੇ ਵੀ ਕਿਤੇ ਮੈਨੂੰ ਇਦੋਂ ਹੋਰ ਕੱਲ ਦਾ ਹੁਕਮ ਨਾ ਦੇ ਦੇ, ਕਿਤੇ ਇਦੋਂ ਕੱਲ ਦਾ ਹੁਕਮ ਹੋਰ ਨਾ ਦੇ ਦੇ ਕਿਤੇ ਮੈਨੂੰ। ਭਾਈ ਸਾਹਿਬ ਜੀ ਪ੍ਰਮਾਣ ਕਰਦੇ ਕਹਿੰਦੇ ਇਹ ਹਾਲਤ ਬੰਦੇ ਦੀ ਹੋਈ ਪਈ ਹੈ। ਪਾਣੀ ਪਾਲਾ ਧੁੱਪ ਛਾਂ ਸਿਰ ਉੱਤੇ ਚੱਲ ਦੁੱਖ ਸਹੰਦਾ, ਭਾਵੇਂ ਮੀਂਹ ਪੈਂਦਾ ਹੋਵੇ, ਭਾਵੇਂ ਪਾਲਾ ਹੋਵੇ, ਭਾਵੇਂ ਧੁੱਪ ਹੋਵੇ, ਜੋ ਮਰਜ਼ੀ ਹੋਵੇ, ਪਰ ਆਪਣੇ ਜਿਹੜਾ ਮਾਲਕ ਮੰਨਿਆ ਨਾ, ਉਹਦਾ ਹੁਕਮ ਉਹਦੀ ਹਜ਼ੂਰ ਵਿੱਚ ਜਾਣ ਹੀ ਜਾਣਾ, ਉਹਦਾ ਹੁਕਮ ਮੰਨਣੀ ਮੰਨਣਾ। ਜੇ ਕਿਤੇ ਇੰਨੀ ਆਪਾਂ ਸੇਵਾ ਗੁਰੂ ਦੀ ਕਰ ਲਈਏ, ਇੰਨੇ ਨਿਸ਼ਾਨੀ ਆਪਾਂ ਗੁਰੂ ਦੀ ਭਰ ਲਈਏ। ਕਹਿੰਦੇ ਅਸਤਵਾਜੀ ਸਾਰ ਵੇਖ, ਰਣ ਵਿੱਚ ਹੋਏ ਘੈਲ ਮਰੰਦਾ। ਜਦੋਂ ਜੰਗ ਲੱਗਦੇ ਨੇ ਉਸ ਵੇਲੇ ਕਹਿੰਦੇ ਮਾਲਕ ਨੂੰ ਹੁਕਮ ਦੇ ਜਾਓ ਵੀ ਉੱਥੇ ਕਟਾਵੜੀ ਦੇ ਵਿੱਚ ਦੇਖ ਲਓ ਕੀ ਕੁਛ ਹੁੰਦਾ। ਗੁਰ ਪੂਰੇ ਵਿਨ ਜੂਨ ਭਵੰਦਾ, ਪਰ ਗੁਰ ਪੂਰੇ ਦੀ ਸੇਵਾ ਤੋਂ ਬਿਨਾ ਅਧੂਰਿਆਂ ਦੇ ਕੋਲ ਜਹਾਨ ਕਰਕੇ 83 ਲੱਖ ਜੂਨ ਦੇ ਵਿੱਚ ਫਿਰ ਜੰਮਦਾ ਮਰਦਾ ਹੈ। ਜਿਹੜਾ ਮਾਲਕ ਐਡਾ ਵੱਡਾ ਆਪਣਾ, ਉਹਨੂੰ ਛੱਡ ਦਿੱਤਾ ਇਹਨੇ। ਇਸ ਕਰਕੇ ਗੁਰੂ ਪਾਤਸ਼ਾਹ ਪ੍ਰਮਾਣ ਕਰਦੇ ਨੇ, ਜਗਜੀਵਨ ਪੁਰਖ ਤਿਆਗ ਕੇ ਮਨ ਮੁਖ ਸੰਧੀ ਆਸ। ਦੂਏ ਭਾਈ ਵਿਗੂਚੀਆ ਗੱਲ ਪਈ ਸੋ ਜਮ ਕੀ ਆਸ। ਦੂਈ ਦਵੈਤਨਾ ਦੇ ਵਿੱਚ ਜਦ ਦੁਬਦਾ ਵਿੱਚ ਪੈ ਗਿਆ, ਮਤਲਬ ਗੁਰੂ ਕੋਲ ਘੱਟ ਸ਼ਕਤੀ ਹੈ, ਛੱਡੋ ਕਿਸੇ ਹੋਰ ਕੋਲ ਚੱਲਦੇ ਆ। ਕਹਿੰਦੇ ਇਹ ਭਾਵ ਕਿ ਦੋਏ ਚੇਤਨਾ ਦੇ ਵਿੱਚ ਪਿਆ ਬੰਦਾ ਵਿਗੂਚੇ, ਕਹਿੰਦੇ ਮੰਨੋ ਕਿ ਬੁੱਝ ਮੰਨੋ ਖਰਾਬ ਹੁੰਦਾ, ਦੁਖੀ ਹੁੰਦਾ ਹੈ, ਅੰਤ ਵੇਲੇ ਫਿਰ ਕੀ ਹੋਣਾ। ਜਿਹੜੀ ਜਮਾਂ ਦੀ ਫਾਹੀ ਹੈ ਨਾ, ਉਹ ਤਾਂ ਗੁਰੂ ਬਚਾ ਸਕਦਾ ਹੈ। ਗੁਰੂ ਚਰਨੀ ਆਪਾਂ ਲੱਗੇ ਨਹੀਂ, ਗੁਰੂ ਦਾ ਹੁਕਮ ਮੰਨਦੇ ਨਹੀਂ, ਗੁਰੂ ਦੀ ਆਪਾਂ ਕੋਈ ਗੱਲ ਨਹੀਂ ਮੰਨਦੇ, ਗੁਰੂ ਤੋਂ ਬੇਮੁਖ ਹੋਣ ਕਰਕੇ ਫਿਰ ਕੀ ਹੋਊਗਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮਨਮੁਖਾਂ ਨੂੰ ਫਿਰ ਜਨਮ ਹੈ, ਨਾਨਕ ਹਰ ਭਾਈ। ਇਸ ਕਰਕੇ ਪਾਤਸ਼ਾਹ ਪ੍ਰਮਾਣ ਕਰਦੇ ਨੇ, ਗਾਲ ਪਊਗੀ ਜਮਾਂ ਦੀ ਫਾਸੀ, ਬੇਮੁਖ ਹੋਇਆ ਗੁਰਾਂ ਤੋਂ ਪਊਗੀ ਜਮਾਂ ਦੀ ਉਹ ਫਾਸੀ, ਬੇਮੁਖ ਹੋਇਆ ਗੁਰਾਂ ਤੋਂ ਪਊਗੀ ਜਮਾਂ ਦੀ ਫਾਸੀ, ਬੇਮੁਖ ਹੋਇਆ ਗੁਰਾਂ ਤੋਂ ਪਊਗੀ ਜਮਾਂ ਦੀ ਫਾਸੀ,
ਪਾਤਸ਼ਾਹ ਜੀ ਕਹਿੰਦੇ ਜੇ ਗੁਰੂ ਤੋਂ ਵੇਮੁਖ ਹੋਇਆ ਗਲ ਪਈ ਸੋ ਜਮ ਕੀ ਫਾਸ। ਦੋਏ ਭਾਏ ਬਗੂਚੀ ਗਲ ਪਈ ਸਮ ਕੀ ਫਾਸ। ਜਿਹਾ ਬੀਜੈ ਸੋ ਲੋਣਾ ਮੱਥੇ ਜੋ ਲਿਖਿਆ ਸ। ਪਾਤਸ਼ਾਹ ਜੀ ਕਹਿੰਦੇ ਫਿਰ ਜੈਸੇ ਕਰਮ ਕਰੇਗਾ ਨਾ, ਹੁਣ ਜਿਹੜਾ ਗੁਰੂ ਤੋਂ ਟੁੱਟ ਗਿਆ ਸਿੱਧੇ ਕਰਮ ਥੋੜਾ ਕਰੂਗਾ, ਉਹ ਸਿੱਧੇ ਕਰਮ ਕਰਕੇ ਨਹੀਂ ਕਰ ਔਗਣ ਪੁੱਛੋ ਤਾਬਨਾ। ਸਤਿਗੁਰੂ ਮਹਾਰਾਜ ਕਹਿੰਦੇ ਫਿਰ ਜੈਸੇ ਤੂੰ ਕਰਮ ਕਰੇਗਾ ਉਸਾ ਤੈਨੂੰ ਜਿਵੇਂ ਮੱਕੀ ਬੀਜ ਕੇ ਫਿਰ ਮੱਕੀ ਵੱਢੀ ਦੀ, ਕਣਕ ਥੋੜੀ ਵੱਢੀ ਦੀ ਹੈ, ਕਣਕ ਬੀਜ ਕੇ ਮੱਕੀ 'ਚ ਵੱਢੀ ਜਾਂਦੀ, ਉੱਥੇ ਕਣਕ ਹੀ ਵੱਢੀ ਜਾਣੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਜੈਸੇ ਕਰਮ ਕਰੇਗਾ ਫਿਰ ਉਸਾ ਹੀ ਤੈਨੂੰ ਫਲ ਮਿਲਣਾ ਹੈ। ਚੰਗੇ ਮਾੜੇ ਕਰਮ ਦਾ ਫਿਰ ਜਿਹੜਾ ਤੈਸਾ ਤੱਕ ਕੀਤਾ ਨਾ, ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਨਾ। ਫਿਰ ਜੈਸੇ ਤੂੰ ਕਰਮ ਕਰ ਰਹੇ ਹੈ, ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਜਿਵੇਂ ਭਗਤ ਫਰੀਦ ਦੇ ਬਾਚਨ ਨੇ ਬਾਣੀ ਵਿੱਚ ਫਰੀਦਾ ਲੋੜਾ ਦਾਕ ਬਜੋਰੀਆਂ ਕਿੱਕਰ ਬੀਜੈ ਜੱਟ। ਕਿੱਕਰਾਂ ਦੇ ਬੀਜ ਬੀਜ ਕੇ ਉਹ ਤੋਂ ਪਛਾਵਰ ਸ਼ਹਿਰ ਦੀਆਂ ਦਾਖਾਂ ਭਾਲੇ ਤੂੰ। ਇਹ ਤਾਂ ਨਹੀਂ ਹੋ ਸਕਦਾ। ਮਾੜੇ ਕਰਮ ਕਰੇ ਸੁਖ ਭਾਲੇ ਸ਼ਾਂਤੀ ਭਾਲੇ ਨਹੀਂ ਮਿਲ ਸਕਦੀ। ਠੰਡੇ ਉਨਕ ਤਾਇੰਦਾ ਪੀਂਦਾ ਲੋੜ ਹੈ ਪੱਟ। ਭਗਤ ਜੀ ਫਰਮਾਨ ਕਰਦੇ ਕਹਿੰਦੇ ਘਰ ਤਾਂ ਕਹਿੰਦੇ ਬੋਤੀਆਂ ਦੀ ਉਨਕ ਤਾਰੇ ਆ, ਭਾਰ ਦਾ ਲੇਸ਼ੀ ਪੱਟ ਮਲੇਸ਼ੀ ਪੱਟ ਮਿਲਣ ਮੈਨੂੰ। ਬੀਜਾ ਵਿਖ ਬੀਜਾ ਵਿਖ ਮੰਗਾ ਅੰਮ੍ਰਿਤ ਵੇਖੋ ਇਹੋ ਨਿਆਉ। ਸਤਿਗੁਰੂ ਪਾਤਸ਼ਾਹ ਕਹਿੰਦੇ ਜ਼ਹਿਰ ਦੇ ਬੀਜ ਬੀਜ ਰਿਹਾ ਉਥੋਂ ਪਹਾੜ ਦਾ ਅੰਮ੍ਰਿਤ। ਬਾਣੀ ਨਹੀਂ ਪੜ੍ਹਨੀ, ਗੁਰੂ ਦੀ ਮੱਤ ਲੈਣੀ ਨਹੀਂ, ਮਾੜੇ ਕਰਮਾਂ ਦੇ ਵਿੱਚ ਖੱਚਤ ਗੁਰੂ ਪਾਤਸ਼ਾਹ ਫਿਰ ਕਦੇ ਕੀ ਹੋਊਗਾ। ਭਗਤ ਫਰੀਦ ਦੇ ਬਾਚਨ ਨੇ ਕਿਤੋਂ ਪਾਲਦੇ ਬਜੋਰੀ ਦਾਖਾਂ ਉਹ ਕਿਕਰਾਂ ਦੇ ਬੀਜ ਬੀਜ ਕੇ ਪਾਲਦੇ ਬਜੋਰੀ ਦਾਖਾਂ ਕਿਕਰਾਂ ਦੇ ਬੀਜ ਬੀਜ ਕੇ
ਬੀਜ ਕੇ ਹੋ ਕਿਕਰਾਂ ਦੇ ਬੀਜ ਬੀਜ ਕੇ ਮਾੜੇ ਕਰਮ ਸੁੱਖਾਂ ਦੀ ਆਸ ਕਰਦਾ ਨਹੀਂ ਹੋ ਸਕਦਾ। ਜਿਹਾ ਬੀਜਾ ਸੋ ਲਾਉਣਾ ਮੱਥੇ ਜੋ ਲਿਖਿਆਸ। ਰਹਿਣ ਬਿਹਾਣੀ ਪੁੱਛੋ ਤਾਣੀ ਉੱਠ ਚੱਲੀ ਗਈ ਨਿਰਾਸ। ਮਾੜੇ ਕਰਮ ਕਰਦਿਆਂ ਦੀ ਮਹਾਰਾਜ ਕਹਿੰਦੇ ਪਰਮੇਸ਼ਰ ਤੋਂ ਦੂਰ ਫਿਰਦਿਆਂ ਦੀ ਮਾਨੋ ਕਿ ਜ਼ਿੰਦਗੀ ਰੂਪੀ ਰਾਤ ਐਂ ਲੰਘ ਗਈ, ਐਂ ਬਤੀਤ ਹੋ ਗਈ। ਜਦੋਂ ਬਤੀਤ ਹੋ ਜਾਂਦੀ ਹੈ, ਜਦੋਂ ਸਮਾਂ ਲੰਘ ਜਾਂਦਾ ਹੈ, ਫਿਰ ਪਾਤਸ਼ਾਹ ਕਹਿੰਦੇ ਜੀ ਪਛਤਾਪ ਕਰਦਾ ਹੈ। ਵਕਤੋਂ ਖੁੰਝੀ ਡੂਮਣੀ ਗਾਵੇ ਆਲ। ਫਿਰ ਗੁਰੂ ਮਹਾਰਾਜ ਕਹਿੰਦੇ ਵਕਤੋਂ ਖੁੰਝੇ ਬੰਦੇ ਦਾ ਬਣਦਾ ਕੀ ਹੈ? ਸਿਰ ਨੂੰ ਭਾਵੇਂ ਕੁੱਟਦਾ ਹੈ ਰੱਬ ਦੇ ਨੂੰ। ਮੇਥੋਂ ਤਾਂ ਕੰਮ ਲੰਘੀ ਗਿਆ, ਸਮਾਂ ਲੰਘ ਗਿਆ, ਪਛਤਾਪ ਕਰਦਾ ਹੈ। ਜਿਵੇਂ ਕਹਿੰਦੇ ਦੁਰਯੋਧਨ ਨੇ ਕਹਿੰਦੇ ਇੰਨਾ ਕੁਛ ਕੀਤਾ, ਹੱਥ ਕਹਿੰਦੇ ਸਿਰ ਧੋਣਾ ਹੱਥ ਮਰੋੜਾ ਹੈ, ਪਛੋ ਤੁਨ ਕਰਨ ਜੈ ਜਾਂਦੀ। ਕਹਿੰਦੇ ਇੰਨਾ ਕੁਛ ਵੀ ਕੀਤਾ ਮੈਂ ਦੁਨੀਆ ਤੇ ਮਾੜਾ ਵੀ ਕਹਾਇਆ, ਪਰ ਮੇਰੇ ਜਿਹੜੇ ਉਹ ਮਨੋਰਥ ਸੀ, ਮੇਰੀ ਮਨ ਦੀ ਗੱਲ ਉਹ ਤਾਂ ਹੋ ਨਹੀਂ ਸਕੀ ਮੇਰੇ ਤੋਂ। ਜਦੋਂ ਦ੍ਰੋਪਦੀ ਕਰਨ ਜਾ ਰਹੀ ਸੀ ਨਾ, ਉਹਦੀ ਮਨ ਨੂੰ ਕਿ ਪੱਤ ਬੇਪੱਤ ਕਰ ਨਹੀਂ ਸਕੇ, ਉਹਨੂੰ ਉਹਦੀ ਪੱਤ ਪਰਮੇਸ਼ਰ ਨੇ ਰੱਖ ਲਈ। ਮਾੜੇ ਕਰਮ ਵੀ ਕੀਤਾ। ਕਹਿੰਦੇ ਹੱਥ ਕਹਿੰਦੇ ਸਿਰ ਧੋਣ ਦਾ ਸੀ, ਹੱਥ ਮਰੋੜਦਾ ਸੀ, ਮਲਦਾ ਸੀਗਾ ਵੀ ਮੈਂ ਨਾ ਕੁਛ ਵੀ ਕੀਤਾ, ਮੇਰੀ ਗੱਲ ਤਾਂ ਬਣੀ ਨਹੀਂ ਗਈ।
ਇਸੇ ਕਰਕੇ ਪਾਤਸ਼ਾਹ ਪ੍ਰਮਾਣ ਕਰਦੇ ਨੇ, ਕਰਨਾ ਸੋ ਤੋ ਨਾ ਕੀਓ ਪਰਿਓ ਲੋਭ ਕੈ ਨਾਨਕ ਸਮਿਓ ਰਮ ਗਇਓ। ਅਬ ਕਿਉਂ ਰੋਵਤ ਕਿਉਂ ਰੋਣਾ ਹੁਣ, ਰਹਿਣ ਵਿਹਾਣੀ ਪੁੱਛੋ ਤਾਂ ਨਹੀਂ ਉੱਠ ਚਲੀ। ਹੁਣ ਨਿਰਾਸ਼ ਕਿਉਂ ਹੁੰਨਾ, ਜੋ ਸਮਝ ਲਾਂਗੇ ਆਪਣਾ। ਅੱਜ ਜਾਵਾਂਗੀ ਮਹੀਨਾ ਆਪਾਂ ਭਾਵ ਕੇ, ਜੇ ਕਈ ਮੇਰੇ ਲੋਕ ਹੁੰਦੇ ਨਾਲ ਤਾਂ ਬਹੁਤ ਟਾਈਮ ਪਿਆ ਜੀ, ਹਾਲ ਤੱਕ ਕਿੰਨੇ ਦੀਵਾਨ ਪਏ ਨੇ, ਚੱਲਾਂਗੇ ਕੋਈ ਨਹੀਂ। ਟਾਲ ਮਟੋਲੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਕਬੀਰ ਟਾਲ ਮਟ ਕਹਿੰਦੇ ਜਿਹੜੇ ਆਪਣਾ ਦੇਣਾ ਨਾ, ਇਹ ਕਹਿੰਦੇ ਇਹ ਲੰਘ ਜਾਂਦਾ, ਕਹਿੰਦੇ ਖਤਮ ਹੋ ਜਾਂਦਾ ਹੈ, ਪਰ ਬੰਦਾ ਫਿਰ ਕਹਿੰਦਾ ਸਮਝ ਲੰਘ ਮੇਰਾ ਤਾਂ। ਇਸ ਕਰਕੇ ਹਮੇਸ਼ਾ ਕਦੇ ਐਸਾ ਨਹੀਂ ਹੋਣਾ ਚਾਹੀਦਾ। ਫਿਰ ਗੁਰੂ ਪਾਤਸ਼ਾਹ ਪ੍ਰਮਾਣ ਕਰਦੇ, ਐਸੇ ਕरेंगे ਨਾ ਫਿਰ रोमेगा तेरो रोता मारेगा, जदो समा बीत जाऊगा। रोमेगा तेरो रोता मारे, जदो समा बीत जाऊगा। ਜਾਊਗਾ
ਉਪਜਾਊਗਾ। ਗੁਰੂ ਪਾਤਸ਼ਾਹ ਪ੍ਰਮਾਣ ਕਰਦੇ, ਜਦੋਂ ਤੇਰਾ ਸਮਾਂ ਲੰਘ ਗਿਆ ਫਿਰ ਪਛਤਾਪ ਕਰੇਗਾ, ਫਿਰ ਕੀ ਬਣਨਾ ਹੈ? ਫਿਰ ਨਹੀਂ ਕੁਛ ਬਣਨਾ ਤੇਰੇ ਕੋਲ। ਸਤਿਗੁਰੂ ਪਾਤਸ਼ਾਹ ਕੇ ਰਹਿਣ ਬਿਹਾਣੀ ਪੁੱਛੋ ਤਾਂ ਉੱਠ ਚਲੀ ਕੀ ਨਰਾਜ, ਜਿਨ ਕੋ ਸਾਧੂ ਭੇਟੀ ਹੈ ਸੋ ਦਰ ਗਏ ਹੋਏ। ਖਲਾਸ ਹੋਏ। ਪਰ ਜਿਨ੍ਹਾਂ ਦੇ ਭਾਗ ਚੰਗੇ, ਜਿਨ੍ਹਾਂ ਨੂੰ ਰੱਬ ਦੇ ਪਿਆਰਿਆਂ ਦਾ ਸੰਭਾਵ ਕੇ ਸੰਗ ਪ੍ਰਾਪਤ ਹੋ ਗਿਆ, ਜਿਵੇਂ ਗੁਰੂ ਪਾਤਸ਼ਾਹ ਨੇ ਆਪਣੇ ਤੇ ਕਿਰਪਾ ਕੀਤੀ। ਕਿਰਪਾ ਤੋਂ ਬਿਨਾਂ ਇਹ ਗੱਲ ਨਹੀਂ ਬਣਦੀ। ਜਿਨ ਕੋ ਭਏ ਦਿਆਲ ਤਿਨ ਸਾਧੂ ਸੰਗ ਭਇਆ। ਜਿਨ੍ਹਾਂ ਨੂੰ ਦਿਆਲਤਾ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ, ਉਹਨਾਂ ਨੂੰ ਸੰਗਤ ਪ੍ਰਾਪਤ ਹੁੰਦੀ ਹੈ। ਫਿਰ ਗੁਰੂ ਪਾਤਸ਼ਾਹ ਜੀ ਕਹਿੰਦੇ, ਤਿੰਨੀ ਜਾਨੀ ਅਕਦੇ ਅੰਮ੍ਰਿਤ ਨਾਮ ਜਪ ਲਿਆ। ਜਿਨ੍ਹਾਂ ਨੇ ਪਰਮੇਸ਼ਰ ਦੀ ਕਿਰਪਾ ਹੋਈ, ਮਿਹਰ ਹੋਈ, ਉਹਨਾਂ ਨੂੰ ਸੰਗਤ ਪ੍ਰਾਪਤ ਹੁੰਦੀ। ਸੰਗਤ ਵਿੱਚ ਪਰਮੇਸ਼ਰ ਦਾ ਨਾਮ ਹੈ। ਜਨ ਆਵਨ ਕਾ ਇਹ ਸੁਭਾਉ, ਜਨ ਕੈ ਸੰਗ ਚਿਤ ਆਵੈ ਨਾ। ਫਿਰ ਜਿਨ੍ਹਾਂ ਨੂੰ ਸੰਗਤ ਵਿੱਚੋਂ ਨਾਮ ਪ੍ਰਾਪਤ ਹੋ ਗਿਆ, ਫਿਰ ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਦਰਗਾਹ ਦੇ ਵਿੱਚ ਖਲਾਸ ਹੋ ਜਾਂਦੇ ਹੈ। ਖਲਾਸ ਹੋ ਜਾਂਦੇ, ਉਹਨਾਂ ਦੀ ਭਾਵ ਕੇ ਬੰਦ ਖਲਾਸੀ ਹੋ ਜਾਂਦੀ ਹੈ ਉੱਥੋਂ। ਜਿਨ ਕੋ ਸਾਧੂ ਭੇਟੀ ਐਸੇ ਦਰਗੇ ਹੋਏ ਖਲਾਸ। ਹੁਣ ਜੇ ਆਪਾਂ ਨੇ ਬੰਦ ਖਲਾਸੀ ਲੈਣੀ ਹੈ ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਸੰਗਤ ਹੈ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਤਰਦਾ ਕੌਣ ਹੈ? ਸੰਗਤ ਤੋਂ ਬਿਨਾ ਕੋਈ ਨਹੀਂ ਤਰਦਾ। ਸਤਿਗੁਰੂ ਪਾਤਸ਼ਾਹ ਪ੍ਰਮਾਣ ਕਰਦੇ, ਕਹਿੰਦੇ ਭਾਈ ਸੰਗਤ ਵਿੱਚ ਆਵਾਂਗੇ। ਜਿਵੇਂ ਗੁਰੂ ਪਾਤਸ਼ਾਹ ਜੀ ਪ੍ਰਮਾਣ ਕਰਦੇ, ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਵਿਵਹਾਰਾ। ਸੰਤਨ ਸਿਉ ਮਲਾਹਾ ਖਾਟੇ ਹਰ ਭਗਤ ਭਰੇ, ਭੰਡਾਰਾ। ਸੰਤਨ ਮੋਹ ਕੋ ਕੂੰਜੀ ਸੌਂਪੀ, ਤੋ ਉਤਰਿਓ ਮਨ ਕਾ ਧੋਖਾ। ਧਰਮ ਰਾਇ ਅਬ ਕਹਾਂ ਕਰੇ ਜੋ ਫਾਟਿਓ ਸਗਲੋ ਲੇਖਾ। ਜਦੋਂ ਲੇਖੇ ਖਤਮ ਹੋ ਗਿਆ, ਜਦੋਂ ਹਿਸਾਬ ਹੀ ਨਹੀਂ ਰਿਹਾ, ਜਦੋਂ ਵਹੀ ਖਤਮ ਹੋ ਗਈ, ਫਿਰ ਧਰਮਰਾਜ ਨੇ ਉੱਥੇ ਕੀ ਕਰਨਾ? ਜਦੋਂ ਕਿਸੇ ਆਪਣੇ ਕੋਲ ਲਿਖਤ ਨਹੀਂ ਕੋਈ ਹੈਗੇ, ਲਿਆ ਬਈ। ਜਦੋਂ ਹਿਸਾਬ ਹੁੰਦਾ, ਲਿਖਤ ਤਾਂ ਹੁੰਦੀ ਹੀ ਹੈ। ਜੋ ਲਿਖਤੇ ਖਤਮ ਹੋ ਗਈ, ਸਤਿਗੁਰੂ ਪਾਤਸ਼ਾਹ ਪ੍ਰਮਾਣ ਕਰਦੇ, ਕਹਿੰਦੇ ਫਿਰ ਸਾਧੂਆਂ ਦੇ ਸੰਗ ਕਰਕੇ ਬੰਦਾ ਕੇ ਦਰਗਾਹ ਦੇ ਵਿੱਚੋਂ ਖਲਾਸ ਹੋ ਜਾਂਦਾ। ਇਸ ਕਰਕੇ ਪਾਤਸ਼ਾਹ ਜੀ ਪ੍ਰਮਾਣ ਕਰਦੇ ਐ, ਪਾੜ ਦੇਣਗੇ ਜਮਾ ਵਾਲਾ ਲੇਖਾ, ਸਾਧੂ ਨੇ ਬਚੋਲੇ ਰਾਮ ਦੇ, ਦੇਣਗੇ ਜਮਾ ਵਾਲਾ ਲੇਖਾ, ਸਾਧੂ ਨੇ ਬਚੋਲੇ ਰਾਮ ਦੇ। ਪਾੜ ਦੇਣਗੇ ਜਮਾ ਵਾਲਾ ਲੇਖਾ, ਸਾਧੂ ਨੇ ਬਚੋਲੇ ਰਾਮ ਦੇ। ਪਾੜ ਦੇਣਗੇ ਜਮਾ ਵਾਲਾ ਲੇਖਾ,
ਸਾਧੂ ਨੇ ਜੀ ਵਿਚੋਲੇ ਰਾਮ ਦੇ, 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 ਸਾਧੂ ਨੇ ਜੀ ਵਿਚੋਲੇ ਰਾਮ ਦੇਣਗੇ ਜਾਮਾ ਵਾਲਾ ਲੇਖਾ, ਜਾਮਾ ਵਾਲਾ ਲੇਖਾ, ਸਾਧੂ ਨੇ ਵਿਚੋਲੇ ਰਾਮ ਦੇ, ਦੇਣਗੇ ਜਾਮਾ ਵਾਲਾ ਲੇਖਾ, ਸਾਧੂ ਨੇ ਵਿਚੋਲੇ ਰਾਮ ਦੇ। ਦੇ ਜਮਾ ਵਾਲਾ ਦੇਖਾ, ਸਾਧੂ ਨੇ ਵਿਚੋਲੇ ਰਾਮ ਦੇ, ਦੇ ਜਮਾ ਵਾਲਾ ਦੇਖਾ, ਸਾਧੂ ਨੇ ਵਿਚੋਲੇ ਰਾਮ ਦੇ। ਦੇਣਗੇ ਜਮਾ ਵਾਲਾ ਲੇਖਾ, ਸਾਧੂ ਨੇ ਵਿਚੋਲੇ ਰਾਮ ਦੇ, ਪਾੜ ਦੇਣਗੇ ਜਮਾ ਵਾਲਾ ਲੇਖਾ, ਸਾਧੂ ਨੇ ਵਿਚੋਲੇ ਗੁਰੂ ਪਾਤਸ਼ਾਹ ਜੀ ਪ੍ਰਮਾਣ ਕਰਦੇ ਸਾਧੂ ਮਹਾਤਮਾ ਜਮਾਂ ਦੀ ਬਾਰ ਤੋਂ ਬਚਾ ਲੈਂਦੇ ਆ। ਕਹਿੰਦੇ ਬੰਦ ਖਲਾਸੀ ਦਵਾ ਦਿੰਦੇ ਨੇ, ਜਿਨ ਕੋ ਸਾਧੂ ਪੇਟੀ ਸਤਰ ਕੇ ਖਲਾਸ ਕਰ ਕਿਰਪਾ, ਪ੍ਰਭ ਆਪਣੇ ਤੇਰੇ ਦਰਸ਼ਨ ਹੋਏ ਪਿਆਸ ਸੱਚੇ ਪਾਤਸ਼ਾਹ ਜੀ ਐਸੀ ਮੇਰਾ ਕਰੋ, ਐਸੀ ਕਿਰਪਾ ਕਰੋ ਕਿ ਤੁਹਾਡੇ ਦਰਸ਼ਨ ਦੀ ਸਾਨੂੰ ਪਿਆਸ ਲੱਗ ਜਾਵੇ। ਕਿਰਪਾ ਕਰਕੇ, ਕਿਰਪਾ 5 ਪ੍ਰਕਾਰ ਦੀ ਕਿਰਪਾ ਹੋਇਆ ਕਰਦੀ ਹੈ। ਪਹਿਲੀ ਕਿਰਪਾ ਪਰਮਾਤਮਾ ਦੀ, ਆਪਾਂ ਨੂੰ ਮਨੁੱਖਾ ਸਰੀਰ ਮਿਲ ਗਿਆ। ਦੂਜੀ ਕਿਰਪਾ ਗੁਰੂ ਦੀ ਨਾਮ ਪ੍ਰਾਪਤ ਹੋ ਗਿਆ। ਤੀਜੀ ਕਿਰਪਾ ਕਰਮਾਂ ਦੀ, ਆਪਾਂ ਨੂੰ ਬੁੱਧੀ ਚੰਗੀ ਹੈ ਆਪਣੀ। ਚੌਥੀ ਕਿਰਪਾ ਸਾਧ ਸੰਗਤ ਦੀ, ਰਹਿਣੀ ਬਹਿਣੀ ਕਹਿਣੀ ਸਹਿਣੀ ਦਾ ਪਤਾ ਲੱਗ ਗਿਆ ਆਪਾਂ ਨੂੰ। ਪੰਜਵੀਂ ਕਿਰਪਾ ਆਪਾਂ ਆਪਣੀ ਕਰਨੀ ਹੈ, ਉਦਮ ਕਰਕੇ ਉਪਰਾਲਾ ਕਰਕੇ ਭੱਜ ਕੇ ਆਉਣਾ ਵੀ ਚਲੋ ਚੱਲੀਏ, ਲੇਟ ਨਾ ਹੋ ਜਾਈਏ। ਕਿ ਮੇਰੇ ਵਰਗੇ ਹੁੰਦੇ ਬਹੁਤ ਟਾਈਮ ਪਿਆ, ਹਲ ਚੱਲਦੇ ਆ, ਕੋਈ ਨਹੀਂ, ਹਲ ਤਾਂ ਬਾਬੇ ਬਹੁਤ ਪਹਿਲਾਂ ਲੱਗਣਾ, ਲਾਹੌਰ ਨੇ ਲੱਗਣਾ, ਉਹਨੇ ਲੱਗਣਾ। ਜਿੰਨਾ ਆਪਾਂ ਮਿੱਠਾ ਪਾਵਾਂਗੇ, ਜਿੰਨਾ ਇੱਥੇ ਸਮਾਂ ਲਾਵਾਂਗੇ, ਸਭ ਲੇਖੇ ਵਿੱਚ ਆ, ਸੁੱਖਾਂ ਦਾ ਕਹੇ। ਇਹ ਦਰਗਾਹ ਦੀਆਂ ਭਾਵ ਕਿ ਹਾਜ਼ਰੀਆਂ ਨੇ, ਐਵੇਂ ਨਹੀਂ ਹੈਗੀਆਂ ਇਹ ਉੱਥੇ ਦੇਖੀ ਜਾਊਗੀ, ਬਾਕੀ ਨਹੀਂ ਦੇਖਿਆ ਜਾਣਾ ਕੁਛ। ਸਾਵਧਾਨ ਹੋ ਕੇ ਜਿੰਨਾ ਬੋਲੋਗੇ ਤਾਂ ਸ਼ਬਦ ਵਿੱਚ ਉਨੀਆਂ ਗੁੰਜਾਂ ਪੈਣਗੀਆਂ ਆਪਣੇ ਉੱਥੇ। ਸਤਿਗੁਰੂ ਪਾਤਸ਼ਾਹ ਪ੍ਰਮਾਣ ਕਰਦੇ ਨੇ, ਕਹਿੰਦੇ ਜਿਹੜੀ ਪੰਜਵੀਂ ਕਿਰਪਾ ਆਪਾਂ ਆਪ ਕਰਨੀ, ਆਪਾਂ ਉਦਮ ਕਰਕੇ ਅੰਮ੍ਰਿਤ ਵੇਲੇ ਉੱਠਣਾ, ਸਾਧ ਸੰਗ ਵਿੱਚ ਆਉਣਾ, ਬਾਣੀ ਪੜ੍ਹਨੀ, ਸੇਵਾ ਕਰਨੀ। ਇਸੇ ਤਰ੍ਹਾਂ ਜਿਹੜੇ ਦਰਸ਼ਨ ਨੇ ਉਹ ਵੀ 4 ਪ੍ਰਕਾਰ ਦੇ, ਚਿੱਤਰ ਦਰਸ਼ਨ ਹੈ, ਸੁਫਨ ਦਰਸ਼ਨ ਹੈ, ਸਰਵਣ ਦਰਸ਼ਨ ਹੈ। ਜਿਵੇਂ ਆਪਾਂ ਗੁਰੂ ਪਾਤਸ਼ਾਹ ਦੇ ਸੁਪਨੇ ਵਿੱਚ ਆਪਣਾ ਦਰਸ਼ਨ ਹੋ ਜਾਣਾ, ਆਪਾਂ ਫੋਟੋ ਦਰਸ਼ਨ ਕਰਦੇ ਹਾਂ, ਸੁਪਨੇ ਵਿੱਚ ਦਰਸ਼ਨ ਹੋ ਜਾਣਾ ਆਪਾਂ ਨੂੰ। ਜੇ ਆਪਾਂ ਕਿਸੇ ਦੀ ਆਪਾਂ ਗੱਲ ਸੁਣ ਲਈਏ ਕੰਨਾਂ ਦੇ ਨਾਲ ਵੀ ਹੇਮਕੁੰਟ ਬੜਾ ਉੱਥੇ ਆਨੰਦ ਹੈ ਬਾਈ, ਫਿਰ ਆਪਣੇ ਮਨ ਵਿੱਚ ਵੀ ਹੋ ਜਾਂਦਾ। ਪ੍ਰਤੱਖ ਦਰਸ਼ਨ ਹੁੰਦੇ ਨੇ। ਇਸ ਕਰਕੇ ਗੁਰੂ ਪਾਤਸ਼ਾਹ ਪ੍ਰਮਾਣ ਕਰਦੇ ਨੇ, ਕਰ ਕਿਰਪਾ ਆਪਣੀ ਤੇਰੇ ਦਰਸ਼ਨ ਹੋਏ ਪਿਆਸ, ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਸੱਚੇ ਪਾਤਸ਼ਾਹ ਤੇਰੇ ਬਿਨਾ ਹੋਰ ਕੋਈ ਸਾਡਾ ਹੈ ਨਹੀਂਗਾ। ਸਾਡੀਆਂ ਬੇਨਤੀਆਂ ਤੇਰੇ ਅੱਗੇ ਨੇ, ਤੂੰ ਸਾਡੀ ਮਨ ਦੀਆਂ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ, ਸਾਨੂੰ ਹੋਰ ਕੋਈ ਆਸਰਾ ਨਹੀਂ ਹੈ। ਇਸੇ ਕਰਕੇ ਤੇਰੇ ਅੱਗੇ ਬੇਨਤੀ ਹੈ ਕਿ ਸਾਡੀ ਇੱਥੇ ਵੀ ਤੇ ਗਾਹਾਂ ਵੀ ਵਿਸ਼ੇ ਵਿਕਾਰਾਂ ਤੋਂ, ਮਾੜੇ ਕਰਮਾਂ ਤੋਂ ਰੱਖਿਆ ਕਰਕੇ ਆਪਣੇ ਚਰਨਾਂ ਨਾਲ ਜੋੜਨਾ ਕਰੋ। ਗੁਰੂ ਅੱਗੇ ਇਹ ਬੇਨਤੀ ਕਰਨੀ ਹੈ ਸਾਰਿਆਂ ਨੇ। ਸਾਡਾ ਮਾਣ ਜੀ ਨੇ ਮਾਣਿਆ ਦਾ ਤੂੰ ਹੀ ਹੈ, ਹੋਰ ਕੋਈ
ਆਸਰਾ ਨਹੀਂ। ਮਾਣ ਦੀਨੇ ਮਾਣਿਆ ਦਾ ਤੂੰ ਹੀ, ਹੋਰ ਕੋਈ ਆਸਰਾ ਨਹੀਂ। ਮਾਣ ਦੀਨ ਮਾਣਿਆ ਦਾ ਤੂੰ ਹੀ ਹੈ, ਹੋਰ ਕੋਈ ਆਸਰਾ ਨਹੀਂ। ਮਾਣ ਦੀਨ ਮਾਣਿਆ ਦਾ ਤੂੰ ਹੀ ਹੈ, ਹੋਰ ਕੋਈ ਆਸਰਾ ਨਹੀਂ। ਮਾਣ ਦੀਨ ਮਾਣਿਆ ਦਾ ਤੂੰ ਹੀ ਹੈ, ਹੋਰ ਕੋਈ ਆਸਰਾ ਨਹੀਂ। ਸਾਡਾ ਮਾਣ ਦੀਨ ਮਾਣਿਆ ਦਾ ਤੂੰ ਹੀ ਹੈ, ਹੋਰ ਕੋਈ ਆਸਰਾ ਨਹੀਂ। ਮਾਣ ਦੀਨੇ ਮਾਣਿਆ ਦਾ ਤੂੰ ਹੀ, ਹੋਰ ਕੋਈ ਆਸਰਾ ਨਹੀਂ। ਸਾਡਾ ਮਾਣ ਦੀਨੇ ਮਾਣਿਆ ਦਾ ਤੂੰ ਹੀ, ਹੋਰ ਕੋਈ ਆਸਰਾ ਨਹੀਂ। ਮਾਣ ਦੀਨ ਮਾਣਿਆ ਦਾ ਤੂੰ ਹੀ ਹੈ, ਹੋਰ ਕੋਈ ਆਸਰਾ ਮਾਣ ਦੀਨ ਮਾਣਿਆ ਦਾ ਤੂੰ ਹੀ ਹੈ, ਹੋਰ ਕੋਈ ਆਸਰਾ ਨਹੀਂ। ਸਾਡਾ ਮਾਣ ਦੀਨ ਮਾਣਿਆ ਦਾ ਤੂੰ ਹੀ ਹੈ, ਹੋਰ ਕੋਈ ਆਸਰਾ ਨਹੀਂ। ਸਾਡਾ ਮਾਣ ਦੀਨ ਮਾਣਿਆ ਦਾ ਤੂੰ ਹੀ ਹੈ, ਹੋਰ ਕੋਈ ਆਸਰਾ ਨਹੀਂ। ਹੋਰ ਕੋਈ ਦੀ ਆਸਰਾ ਨਹੀਂ। ਹੋਰ ਕੋਈ ਦੀ ਸਾਡਾ ਆਸਰਾ ਨਹੀਂ। ਹੋਰ ਕੋਈ ਵੀ ਆਸਰਾ ਨਹੀਂ। ਹੋਰ ਕੋਈ ਵੀ ਸਾਡਾ ਆਸਰਾ ਨਹੀਂ। ਹੋਰ ਕੋਈ ਜੀ ਦਾਤਾ ਆਸਰਾ ਨਹੀਂ। ਸਾਡਾ ਹੋਰ ਕੋਈ ਜੀ ਦਾਤਾ ਆਸਰਾ ਨਹੀਂ। ਮਾਣ ਦੀਨੇ ਮਾਣਿਆ ਦਾ ਤੂੰ ਹੀ, ਹੋਰ ਕੋਈ ਆਸਰਾ ਨਹੀਂ। ਸਾਡਾ ਮਾਣ ਦੀਨੇ ਮਾਣਿਆ ਦਾ ਤੂੰ ਹੀ, ਹੋਰ ਕੋਈ ਆਸਰਾ ਨਹੀਂ। ਮਾਣ ਦੀਨ ਮਾਣਿਆ ਦਾ ਤੂੰ ਹੀ ਹੈ, ਹੋਰ ਕੋਈ ਆਸਰਾ ਮਾਣ ਦੀਨ ਮਾਣਿਆ ਦਾ ਤੂੰ ਹੀ ਹੈ, ਹੋਰ ਕੋਈ ਆਸਰਾ ਨਹੀਂ। ਸਾਡਾ ਮਾਣ ਦੀਨ ਮਾਣਿਆ ਦਾ ਤੂੰ ਹੀ ਹੈ, ਹੋਰ ਕੋਈ ਆਸਰਾ ਨਹੀਂ। ਸਾਡਾ ਮਾਣ ਦੀਨ ਮਾਣਿਆ ਦਾ ਤੂੰ ਹੀ ਹੈ, ਹੋਰ ਕੋਈ ਆਸਰਾ ਨਹੀਂ। ਗੁਰੂ ਪਾਤਸ਼ਾਹ ਜੀ ਕਹਿੰਦੇ ਕਰ ਕਿਰਪਾ ਆਪਣੀ ਤੇਰੇ ਦਰਸ਼ਨ ਹੋਏ ਪਿਆਸ, ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜ ਸਹੰਦਾ ਤਿਸ ਲਗੈ, ਜਿਸ ਹਰ ਮਨ ਚਰਨ ਨਿਵਾਸ। ਇਹ ਸਾੜ ਦਾ ਮਹੀਨਾ ਉਹਨਾਂ ਦਾ ਸੁਹੰਦਾ ਸਫਲਾ ਹੈ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਗੁਰੂ ਦੇ ਚਰਨ ਵਸਦੇ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇੱਕ ਸ਼ਾਂਤੀ ਦਾ ਮਾਨੋ ਕਿ ਰਾਹ ਢੰਗ ਤਰੀਕਾ ਇੱਕੋ ਹੀ ਹੈ, ਜਿਹੜਾ ਆਪਾਂ ਗੁਰੂ ਚਰਨਾਂ ਦੇ ਵਿੱਚ ਬਹਿ ਕੇ ਪਰਮੇਸ਼ਰ ਦੇ ਗੁਣ ਗਾ ਲੇ। ਬਸ ਗੁਣ ਗਾਉਣ ਦੇ ਨਾਲ ਆਨੰਦ ਉਹਨਾਂ ਨੂੰ ਆਉਂਦਾ ਜਿਨ੍ਹਾਂ ਦੀ ਬਿਰਤੀ ਇਕਾਗਰ ਹੁੰਦੀ ਹੈ, ਜਿਨ੍ਹਾਂ ਦਾ ਮਨ ਜੁੜਦਾ ਹੈ। ਮਨ ਤੋਂ ਬਿਨਾਂ ਗੱਲ ਨਹੀਂ ਬਣਦੀ। ਇਹ ਮਨ ਹਰ ਜੀ ਧਿਆਏ ਤੋਂ ਇੱਕ ਮਨ ਇੱਕ ਚਿੱਤ ਭਾਏ। ਸਤਿਗੁਰੂ ਪਾਤਸ਼ਾਹ ਕਹਿੰਦੇ ਪਰਮੇਸ਼ਰ ਨੂੰ ਇੱਕ ਚਿੱਤ ਇਕਾਗਰ ਹੋ ਕੇ ਜਪਾਂਗੇ, ਸਿਮਰਾਂਗੇ, ਯਾਦ ਕਰਾਂਗੇ, ਇੰਨਾ ਆਨੰਦ ਮਿਲਣਾ, ਇੰਨਾ ਆਨੰਦ ਮਿਲਣਾ
ਕਿ ਜਿਹੜਾ ਕਿਤੋਂ ਆਪਾਂ ਨੂੰ ਮਿਲ ਸਕਦੀ ਨਹੀਂ। ਆਪਾਂ ਸਾਰੀ ਦੁਨੀਆ ਦਾ ਆਨੰਦ ਭੁੱਲ ਜਾਾਂਗੇ ਜਦੋਂ ਮਨ ਇਕਾਗਰ ਚਿੱਤ ਹੋ ਗਿਆ ਆਪਣਾ। ਇਸ ਕਰਕੇ ਪਾਤਸ਼ਾਹ ਪ੍ਰਮਾਣ ਕਰਦੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ। ਜਿੰਨਾ ਵੀ ਆਪਾਂ ਭਾਵ ਕੇ ਜੁੜ ਕੇ ਸਾਵਧਾਨ ਹੋ ਕੇ ਬੈਠਾਂਗੇ, ਸ਼ਬਦ ਵਿੱਚ ਬੋਲਾਂਗੇ, ਓਨੀ ਹੀ ਆਪਣੀ ਵੱਧ ਹਾਜ਼ਰੀ, ਓਨੀ ਆਪਾਂ ਨੂੰ ਵੱਧ ਸੁੱਖ ਪ੍ਰਾਪਤ ਹੋਣਗੇ। ਆਪਣੇ ਮਨ ਦੀ ਵੀ ਸ਼ਾਂਤੀ ਪ੍ਰਾਪਤ ਹੋਣੀ ਜਦੋਂ ਆਪਾਂ ਅਕਾਲ ਪੁਰਖ ਦਾ ਨਾਮ ਜਪਾਂਗੇ। ਇਹ ਤੋਂ ਬਿਨਾਂ ਸ਼ਾਂਤੀ ਕਿਤੇ ਨਹੀਂ ਮਿਲਦੀ। ਕਿਤੇ ਮਰਜ਼ੀ ਚਲੇ ਜਾਓ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਪਰਮੇਸ਼ਰ ਦਾ ਨਾਮ ਸ਼ਾਂਤੀ ਦੇਣ ਵਾਲਾ। ਔਰ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਜਿੰਨੀਆਂ ਸੰਗਤਾਂ ਗੁਰੂ ਚਰਨਾਂ ਵਿੱਚ ਪਹੁੰਚੀਆਂ ਸਭ ਦਾ ਧੰਨਵਾਦ। ਗੁਰੂ ਪਾਤਸ਼ਾਹ ਕਿਰਪਾ ਕਰੇ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰੇ। ਆਪਣੇ ਦਰੋਂ ਕਰੋ ਨਾਮਦਾਨ, ਸਿੱਖੀ ਭਰੋਸਾ ਦਾਨ ਬਖਸ਼ਿਸ਼ ਕਰੇ। ਨਦਰੋਂ ਨਦਰ ਨਿਹਾਲ ਕਰਨ ਪਾਤਸ਼ਾਹ ਜੀ। ਔਰ ਰਲ ਮਿਲ ਕੇ ਭੋਗ ਦਾ ਸ਼ਲੋਕ ਫਿਰ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਾਂਗੇ ਜੀ। ਵਾਹਿਗੁਰੂ ਧੰਨ ਵਾਹਿਗੁਰੂ, 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 ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਨਾਮ ਜਨਾਬ ਚੜੇ ਸੁਤਰੇ ਪਾਰ। ਓ ਸ਼ਰਦਾ ਕਰ ਸੇਵਨੇ ਪਾਰ ਉਤਾਰਨ ਹਾਰ ਸਲੋਕ। ਗੁਰੂ ਬਾਣੀ ਪਿਤਾ ਮਾਤਾ ਧਰਤ ਮਯਤ। ਦਿਵਸ ਰਾਤ ਦੋਇ ਦਾਈ ਦਾਇਆ ਖੇਲਾ ਸਗਲ ਜਾਗਤ। ਚੰਗਿਆਈਆਂ ਬੁਰਿਆਈਆਂ ਵਾਟੇ ਧਰਮ ਬੂਰ। ਕਰਮੀ ਆਪੋ ਆਪਣੀ ਤੇ ਨੇੜੇ ਤੇ ਦੂਰ। ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ। ਨਾਨਕ ਤੇ ਮੁਖ ਉਜਲੇ ਚੇਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ। ਨਾਨਕ ਤੇ ਮੁਖ ਉਜਲੇ ਚੇਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ। ਓ ਨਾਨਕ ਤੇ ਮੁਖ ਉਜਲੇ ਚੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਜੀ ਕੀ ਫਤਿਹ। ਕੀ ਫਤਿਹ।